Good morning, students. I am Bhavna. I am science mistress from Government Senior Secondary Smart School, Karni Kheda. ਅੱਜ ਆਪਾਂ 10ਵੀਂ ਕਲਾਸ ਦਾ ਪਹਿਲਾ ਲੈਸਨ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ ਦਾ ਅਧਿਐਨ ਕਰਾਂਗੇ। ਬੱਚੋ, ਤੁਸੀਂ ਅਕਸਰ ਘਰ ਵਿੱਚ ਆਪਣੇ ਮੰਮੀ ਨੂੰ ਰੋਟੀ ਬਣਾਉਂਦੇ ਹੋਏ ਦੇਖਿਆ ਹੋਵੇਗਾ। ਤੁਸੀਂ ਦੁੱਧ ਤੋਂ ਦਹੀਂ ਬਣਦੇ ਹੋਏ ਵੀ ਦੇਖਿਆ ਹੋਵੇਗਾ। ਤੁਸੀਂ ਆਪਣੇ ਘਰ ਵਿੱਚ ਕਈ ਲੋਹੇ ਦੀਆਂ ਅਜਿਹੀਆਂ ਵਸਤੂਆਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਉੱਪਰ ਭੂਰੇ ਰੰਗ ਦਾ ਪਦਾਰਥ ਹੋਏਗਾ, ਜਿਸ ਨੂੰ ਅਸੀਂ ਜੰਗ ਵੀ ਕਹਿੰਦੇ ਹਾਂ। ਇਹਨਾਂ ਸਭ ਪਦਾਰਥਾਂ ਦੇ ਵਿੱਚ ਕੀ ਹੋ ਰਿਹਾ ਹੈ? ਰਸਾਇਣਿਕ ਪਰਿਵਰਤਨ ਹੋ ਰਿਹਾ ਹੈ। ਤੁਸੀਂ ਛੋਟੀਆਂ ਜਮਾਤਾਂ ਦੇ ਵਿੱਚ ਪੜ੍ਹਿਆ ਸੀਗਾ ਕਿ ਰਸਾਇਣਿਕ ਪਰਿਵਰਤਨ, ਜਿਸ ਵਿੱਚ ਕੋਈ ਨਵਾਂ ਪਦਾਰਥ ਬਣੇ, ਉਸ ਨੂੰ ਅਸੀਂ ਰਸਾਇਣਿਕ ਪਰਿਵਰਤਨ ਕਹਿੰਦੇ ਹਾਂ। ਤਾਂ ਇਹਨਾਂ ਸਭ ਪਦਾਰਥਾਂ ਦੇ ਵਿੱਚ ਕੀ ਹੈ? ਸਾਡੇ ਕੋਲ ਨਵਾਂ ਪਦਾਰਥ ਬਣ ਰਿਹਾ ਹੈ, ਤਾਂ ਇਹ ਕੀ ਹੈ? ਰਸਾਇਣਿਕ ਪਰਿਵਰਤਨ ਹੈ। ਤੇ ਜਦੋਂ ਵੀ ਰਸਾਇਣਿਕ ਪਰਿਵਰਤਨ ਹੋ ਰਿਹਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਰਸਾਇਣਿਕ ਕਿਰਿਆ ਵਾਪਰ ਰਹੀ ਹੈ। ਤਾਂ ਅਸੀਂ ਇੱਕ ਰਸਾਇਣਿਕ ਕਿਰਿਆ ਦੀ ਇੱਕ ਉਦਾਹਰਨ ਲੈਂਦੇ ਹਾਂ। ਜਦੋਂ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਜਾਂਦਾ ਹੈ ਤਾਂ ਮੈਗਨੀਸ਼ੀਅਮ ਆਕਸਾਈਡ ਬਣਦਾ ਹੈ। ਮੈਗਨੀਸ਼ੀਅਮ ਰਿਬਨ ਮਤਲਬ ਮੈਗਨੀਸ਼ੀਅਮ ਦੀ ਤਾਰ। ਤੇ ਜਦੋਂ ਅਸੀਂ ਉਹਨੂੰ ਜਲਾਵਾਂਗੇ ਤਾਂ ਕੀ ਹੋਏਗਾ? ਆਕਸੀਜਨ ਨਾਲ ਕਿਰਿਆ ਕਰੇਗੀ। ਆਓ ਅਸੀਂ ਦੇਖੀਏ। ਮੈਗਨੀਸ਼ੀਅਮ ਰਿਬਨ, ਮੈਗਨੀਸ਼ੀਅਮ ਧਾਤ ਲਈ ਅਸੀਂ ਉਸ ਨੂੰ ਅਸੀਂ ਜਲਾਇਆ, ਮਤਲਬ ਆਕਸੀਜਨ ਨਾਲ ਕਿਰਿਆ ਹੋਈ, ਤਾਂ ਕੀ ਬਣਿਆ? ਮੈਗਨੀਸ਼ੀਅਮ ਆਕਸਾਈਡ। ਹੁਣ ਮੈਂ ਉਹ ਲੰਬੀ ਕਿਰਿਆ ਬੋਲੀ ਸੀ, ਮੈਗਨੀਸ਼ੀਅਮ ਰਿਬਨ ਨੂੰ ਜਲਾਇਆ, ਮੈਗਨੀਸ਼ੀਅਮ ਆਕਸਾਈਡ ਬਣਿਆ। ਹੁਣ ਵਾਰ-ਵਾਰ ਐਨੀ ਲੰਬੀ ਕਿਰਿਆ ਬੋਲਣਾ ਥੋੜਾ ਮੁਸ਼ਕਿਲ ਹੈ, ਤਾਂ ਅਸੀਂ ਕੀ ਕੀਤਾ? ਉਹਨਾਂ ਸੂਤਰਾਂ ਨੂੰ ਤੇ ਉਹਨਾਂ ਨੂੰ ਕੀ ਕੀਤਾ ਸੀ? ਸੰਕੇਤਾਂ ਦੇ ਰੂਪ ਵਿੱਚ ਦਰਸਾ ਦਿੱਤਾ। ਮੈਗਨੀਸ਼ੀਅਮ ਲਈ ਅਸੀਂ ਲਿਖਿਆ Mg, ਆਕਸੀਜਨ ਲਈ, ਆਕਸੀਜਨ ਗੈਸ ਲਈ ਲਿਖਿਆ ਸੀ O2, ਤੇ ਮੈਗਨੀਸ਼ੀਅਮ ਆਕਸਾਈਡ ਲਈ ਲਿਖਿਆ MgO। ਇਹ MgO ਸੂਤਰ ਤੁਸੀਂ 9ਵੀਂ ਜਮਾਤ ਦੇ ਵਿੱਚ ਪੜ੍ਹ ਚੁੱਕੇ ਹੋ। ਆਪਾਂ ਹੁਣੇ ਕਰਦੇ ਹਾਂ। ਤਾਂ ਇਸ ਚੀਜ਼ ਨੂੰ ਜਦੋਂ ਅਸੀਂ ਇਹਨਾਂ ਨੂੰ ਸੂਤਰਾਂ ਦੇ ਵਿੱਚ, ਸੰਕੇਤਾਂ ਦੇ ਰੂਪ ਵਿੱਚ ਦਰਸਾ ਦਿੱਤਾ, ਤੇ ਸਾਡੇ ਕੋਲ ਬਣ ਗਈ ਰਸਾਇਣਿਕ ਸਮੀਕਰਨ। ਤਾਂ ਰਸਾਇਣਿਕ ਸਮੀਕਰਨ ਕੀ ਹੈ? ਜਦੋਂ ਰਸਾਇਣਿਕ ਕਿਰਿਆ ਨੂੰ ਚਿੰਨ੍ਹਾਂ ਜਾਂ ਸੰਕੇਤਾਂ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ ਤਾਂ ਉਸ ਨੂੰ ਰਸਾਇਣਿਕ ਸਮੀਕਰਨ ਕਹਿੰਦੇ ਹਨ। ਤਾਂ ਇਸ ਰਸਾਇਣਿਕ ਸਮੀਕਰਨ ਦੇ ਵਿੱਚ ਕੀ ਹੈ? ਇੱਕ ਸਾਡੇ ਕੋਲ ਤੀਰ ਦੇ ਇਸ ਪਾਸੇ, ਇੱਕ ਤੀਰ ਦੇ ਇਸ ਪਾਸੇ। ਤਾਂ ਜੋ ਪਦਾਰਥ ਰਸਾਇਣਿਕ ਕਿਰਿਆ ਦੇ ਵਿੱਚ ਭਾਗ ਲੈਂਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਅਭਿਕਾਰਕ। ਤੇ ਜੋ ਪਦਾਰਥ ਰਸਾਇਣਿਕ ਕਿਰਿਆ ਦੌਰਾਨ ਬਣਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਉਤਪਾਦ। ਤਾਂ ਸਾਡੇ ਕੋਲ ਰਸਾਇਣਿਕ ਸਮੀਕਰਨ ਦੇ ਵਿੱਚ ਤੀਰ ਦੇ ਖੱਬੇ ਪਾਸੇ ਅਭਿਕਾਰਕ ਹਨ ਅਤੇ ਤੀਰ ਦੇ ਸੱਜੇ ਪਾਸੇ ਉਤਪਾਦ ਹਨ। ਤਾਂ ਰਸਾਇਣਿਕ ਕਿਰਿਆ ਦੌਰਾਨ ਅਭਿਕਾਰਕਾਂ ਤੋਂ ਉਤਪਾਦ ਬਣ ਰਹੇ ਹਨ। ਅਸੀਂ ਇੱਕ ਹੋਰ ਉਦਾਹਰਨ ਲੈਂਦੇ ਆ। ਮੰਨ ਲਓ ਅਸੀਂ ਕੋਈ ਧਾਤ ਲੈਂਦੇ ਆ, ਜਿਵੇਂ ਕਿ ਜ਼ਿੰਕ ਦੀ ਧਾਤ ਲਈ ਉਸ ਉੱਪਰ ਅਸੀਂ ਤੇਜ਼ਾਬ ਪਾਇਆ, ਹਾਈਡਰੋਕਲੋਰਿਕ ਤੇਜ਼ਾਬ ਪਾਇਆ, ਤਾਂ ਸਾਡੇ ਕੋਲ ਕੀ ਹੋਏਗਾ? ਕੋਈ ਧਾਤਵੀ ਲੂਣ ਬਣੇਗਾ। ਜਿਵੇਂ ਕਿ ਜ਼ਿੰਕ ਲਈ ਤਾਂ ਜ਼ਿੰਕ ਕਲੋਰਾਈਡ ਬਣੇਗੀ, ਤੇ ਉਧਰੋਂ ਸਾਡੇ ਕੋਲ ਕੀ? ਹਾਈਡਰੋਜਨ ਗੈਸ ਨਿਕਲੇਗੀ। ਤਾਂ ਜ਼ਿੰਕ ਧਾਤ ਉੱਤੇ ਹਾਈਡਰੋਕਲੋਰਿਕ ਤੇਜ਼ਾਬ ਪਾਉਣ ਨਾਲ ਸਾਡੇ ਕੋਲ ਕੀ ਹੋ ਰਿਹਾ ਹੈ? ਜ਼ਿੰਕ ਕਲੋਰਾਈਡ ਤੇ ਹਾਈਡਰੋਜਨ ਗੈਸ ਉਤਪੰਨ ਹੋ ਰਹੀ ਹੈ। ਤਾਂ ਹੁਣ ਇਹਦੇ ਵਿੱਚ ਕੀ ਹੈ? ਆ ਨੇ ਸਾਡੇ ਕੋਲ ਅਭਿਕਾਰਕ ਤੇ ਆ ਨੇ ਸਾਡੇ ਕੋਲ ਉਤਪਾਦ। ਤਾਂ ਇਸ ਰਸਾਇਣਿਕ ਕਿਰਿਆ ਦੇ ਵਿੱਚ ਅਭਿਕਾਰਕਾਂ ਤੋਂ ਇਹ ਉਤਪਾਦ ਬਣ ਰਹੇ ਨੇ। ਹੁਣ ਜ਼ਿੰਕ ਕੀ ਹੈ ਸਾਡੇ ਕੋਲ? ਠੋਸ ਅਵਸਥਾ ਦੇ ਵਿੱਚ ਹਾਈਡਰੋਕਲੋਰਿਕ ਐਸਿਡ, ਐਕੁਅਸ ਕੋਲ ਦੇ ਰੂਪ ਵਿੱਚ, ਜ਼ਿੰਕ ਕਲੋਰਾਈਡ ਇਹ ਸਾਡੇ ਕੋਲ ਕੀ ਹੈ? ਕੋਲ ਦੇ ਰੂਪ ਵਿੱਚ, ਤੇ ਇਹ ਸਾਡੇ ਕੋਲ ਕੀ ਹੈ? ਗੈਸ ਦੇ ਰੂਪ ਵਿੱਚ। ਤਾਂ ਜਦੋਂ ਵੀ ਅਸੀਂ ਇਹ ਰਸਾਇਣਿਕ ਕਿਰਿਆ ਕਰ ਰਹੇ ਹਾਂ ਤਾਂ ਇਹ ਚੀਜ਼ਾਂ, ਇਹ ਅਸੀਂ ਅਵਸਥਾਵਾਂ ਲਿਖੀਆਂ ਨੇ ਇਹਨਾਂ ਦੀਆਂ ਕਿ ਕਿਸ ਅਵਸਥਾ ਦੇ ਵਿੱਚ ਸਾਨੂੰ ਮਿਲ ਰਿਹਾ। ਤਾਂ ਇੱਥੇ ਅਸੀਂ ਜ਼ਿੰਕ ਨੂੰ ਲਿਖਿਆ ਹੈ Zn ਦੇ ਨਾਲ ਤੇ ਹਾਈਡਰੋਜਨ ਨੂੰ ਲਿਖਿਆ ਹੈ H2 ਦੇ ਨਾਲ। ਕਿਉਂ? ਕਿਉਂਕਿ ਇਹ ਸਾਡੇ ਕੋਲ ਕੀ ਹੈ? ਠੋਸ ਹੈ। ਤਾਂ ਠੋਸ ਨੂੰ ਕੀ ਹੁੰਦੇ ਨੇ? ਇੱਕ ਪਰਮਾਣੂ ਹੁੰਦੇ ਨੇ, ਮਤਲਬ ਉਹਨਾਂ ਦਾ ਇੱਕ ਪਰਮਾਣੂ ਐਗਜ਼ਿਸਟ ਰਹਿ ਸਕਦਾ ਹੈ। ਤੇ ਸਾਡੇ ਕੋਲ ਜਿਹੜੀਆਂ ਗੈਸਾਂ ਨੇ ਉਹ ਕੀ ਹੁੰਦੀਆਂ ਨੇ? ਦੋ ਪਰਮਾਣੂ ਹੁੰਦੀਆਂ ਨੇ, ਦੋ ਪਰਮਾਣਵੀ, ਮਤਲਬ ਉਹਨਾਂ ਦੇ ਦੋ ਪਰਮਾਣੂ ਹਮੇਸ਼ਾ ਇਕੱਠੇ ਰਹਿੰਦੇ ਨੇ। ਤਾਂ ਇਹ ਸਾਡੇ ਕੋਲ ਹੋ ਗਿਆ ਰਸਾਇਣਿਕ ਸਮੀਕਰਨ। ਹੁਣ ਨੈਕਸਟ ਅਸੀਂ ਕੀ ਕਰਾਂਗੇ? ਇਸ ਰਸਾਇਣਿਕ ਸਮੀਕਰਨ ਨੂੰ ਅਸੀਂ ਕੀ ਕਰਾਂਗੇ? ਸੰਤੁਲਿਤ ਕਰਾਂਗੇ। ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ ਕਿਉਂ ਹੁੰਦੀ ਹੈ? ਅਸੀਂ ਇਸ ਵਿੱਚ ਕਰਾਂਗੇ ਕਿ ਅਭਿਕਾਰਕਾਂ ਦੇ ਪਰਮਾਣੂਆਂ ਨੂੰ ਅਤੇ ਉਤਪਾਦਾਂ ਦੇ ਪਰਮਾਣੂਆਂ ਨੂੰ ਅਸੀਂ ਬਰਾਬਰ ਕਰ ਦਾਂਗੇ। ਕਿਉਂ ਕਰਦੇ ਹਾਂ ਅਸੀਂ? 9ਵੀਂ ਜਮਾਤ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਕੀਤਾ ਸੀਗਾ ਪੁੰਜ ਦਾ ਸੁਰੱਖਿਆ ਨਿਯਮ। ਪੁੰਜ ਦੇ ਸੁਰੱਖਿਆ ਨਿਯਮ ਦੇ ਅਨੁਸਾਰ
ਕੋਈ ਵੀ ਰਸਾਇਣਿਕ ਕਿਰਿਆ ਹੋਵੇ ਉਸ ਵਿੱਚ ਕੀ ਹੁੰਦਾ ਹੈ, ਕਦੇ ਵੀ ਨਾ ਤਾਂ ਪੁੰਜ ਬਣਾਇਆ ਜਾ ਸਕਦਾ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ। ਹੁਣ ਇੱਥੇ ਰਸਾਇਣਿਕ ਕਿਰਿਆ ਹੋਈ ਹੈ, ਜਿੰਨਾ ਪੁੰਜ ਇੱਧਰ ਹੋਏਗਾ ਓਨਾ ਹੀ ਪੁੰਜ ਬਣੇਗਾ। ਤਾਂ ਹੁਣ ਇਸ ਕਿਰਿਆ ਦੇ ਦੌਰਾਨ ਜਾਂ ਇਸ ਕਿਰਿਆ ਦੇ ਦੌਰਾਨ ਸਾਨੂੰ ਕੀ ਕਰਨਾ ਪਏਗਾ, ਪਰਮਾਣੂਆਂ ਦੀ ਸੰਖਿਆ ਬਰਾਬਰ ਕਰਨੀ ਪਏਗੀ। ਤਾਂ ਕਿਵੇਂ ਕਰਾਂਗੇ, ਗਿਣਤੀ ਕਰੋ। ਸਭ ਤੋਂ ਪਹਿਲੇ ਅਭਿਕਾਰਕਾਂ 'ਚ ਦੇਖੋ, ਮੈਗਨੀਸ਼ੀਅਮ ਕਿੰਨੇ ਹੈ, 1, ਆਕਸੀਜਨ ਕਿੰਨੇ ਹੈ, 2। ਇੱਧਰ ਦੇਖੋ ਉਤਪਾਦਾਂ ਵਿੱਚ ਮੈਗਨੀਸ਼ੀਅਮ ਕਿੰਨੇ ਹੈ, 1 ਤੇ ਆਕਸੀਜਨ ਕਿੰਨੇ ਹੈ, 1। ਹੁਣ ਅਸੀਂ ਕੀ ਕਰੀਏ, ਇੱਧਰ ਆਕਸੀਜਨ ਅਸੀਂ ਕਿੰਨੇ ਲਿਆਣੇ ਹੈ, 2। ਉਸ ਵਾਸਤੇ ਕੀ ਕਰੀਏ, ਅਸੀਂ ਇੱਥੇ 2 ਪਾ ਦਈਏ। ਸਹੀ ਹੈ ਇਹ ਚੀਜ਼, ਇੱਕ ਹੀ ਬਣ ਗਿਆ? ਨਹੀਂ, ਅਸੀਂ ਇੱਥੇ 2 ਨਹੀਂ ਪਾ ਸਕਦੇ। ਕਿਉਂ? ਕਿਉਂਕਿ ਇਹ ਪੂਰਾ ਇੱਕ ਕੀ ਹੈ, ਯੋਗਿਕ ਹੈ। ਤਾਂ ਅਸੀਂ ਯੋਗਿਕ ਦੇ ਅੱਗੇ ਪਾਵਾਂਗੇ 2, ਨਾ ਅਸੀਂ ਇੱਥੇ ਪਾ ਸਕਦੇ। ਜੇ ਅਸੀਂ ਇੱਥੇ 2 ਪਾ ਦਿੱਤਾ ਤਾਂ ਇਹ ਯੋਗਿਕ ਹੀ ਕੁਝ ਐਗਜ਼ਿਸਟ ਹੀ ਨਹੀਂ ਕਰਦਾ, ਹੁੰਦਾ ਹੀ ਨਹੀਂ ਇਹ ਯੋਗਿਕ। ਤਾਂ ਅਸੀਂ 2 ਕੀ ਕਰਾਂਗੇ, ਅੱਗੇ ਪਾਵਾਂਗੇ। ਹੁਣ ਕੀ ਹੋਇਆ, ਆਕਸੀਜਨ 2 ਹੋ ਗਏ ਪਰ ਮੈਗਨੀਸ਼ੀਅਮ ਦੀ ਗਿਣਤੀ ਵੀ ਵੱਧ ਗਈ। ਹੁਣ ਇੱਧਰ ਮੈਗਨੀਸ਼ੀਅਮ ਕਿੰਨੇ ਹੋ ਗਏ, ਆਕਸੀਜਨ 1 ਸੀਗਾ, ਹੁਣ 2 ਹੋ ਗਏ ਤੇ ਹੁਣ ਮੈਗਨੀਸ਼ੀਅਮ ਵੀ ਸਾਡੇ ਕੋਲ ਕੀ ਹੋ ਗਏ, 2। ਪਰ ਇੱਧਰ ਮੈਗਨੀਸ਼ੀਅਮ ਕਿੰਨੇ ਨੇ, 1। ਤਾਂ ਇੱਧਰ ਗਿਣਤੀ ਵਧਾਉਣ ਵਾਸਤੇ ਅਸੀਂ ਕੀ ਕਰਾਂਗੇ, ਇਹਦੇ ਅੱਗੇ 2 ਪਾਵਾਂਗੇ। ਕਦੇ ਵੀ ਸੰਤੁਲਿਤ ਕਰਨ ਸਮੇਂ ਅਸੀਂ ਨੀਚੇ ਨਹੀਂ ਪਾ ਸਕਦੇ ਜਾਂ ਅਸੀਂ ਕਿਸੇ ਵੀ ਯੌਗਿਕ ਦੇ ਵਿਚਕਾਰ ਨਹੀਂ ਪਾ ਸਕਦੇ, ਹਮੇਸ਼ਾ ਅੱਗੇ ਪਾਵਾਂਗੇ। ਤਾਂ ਸਾਡੀ ਆਹ ਸਮੀਕਰਨ ਹੁਣ ਕੀ ਹੋਗੀ, ਸੰਤੁਲਿਤ ਹੋਗੀ। ਹੁਣ ਅਸੀਂ ਇਸ ਸਮੀਕਰਨ ਨੂੰ ਦੇਖਦੇ ਹਾਂ। ਇੱਧਰ ਜ਼ਿੰਕ ਕਿੰਨੇ ਹੈ, 1, ਹਾਈਡਰੋਜਨ ਕਿੰਨੇ ਹੈ, 1, ਕਲੋਰੀਨ ਕਿੰਨੇ ਹੈ, 1। ਇਸ ਸਾਈਡ ਦੇਖੋ ਜ਼ਿੰਕ ਕਿੰਨੇ ਹੈ, 1, ਕਲੋਰੀਨ 2, ਹਾਈਡਰੋਜਨ 2। देखो जिंक बराबर हाइड्रोजन इधर 1 है, इधर 2। तो ਅਸੀਂ ਕੀ ਕਰਾਂਗੇ, इधर 2 ਕਰਨ ਵਾਸਤੇ ਅਸੀਂ ਕੀ ਕਰੀਏ, ਇੱਥੇ 2 ਪਾ ਦਾਂਗੇ। ਠੀਕ ਹੈ ਜੀ, ਨੀਚੇ ਨਹੀਂ ਪਾਵਾਂਗੇ, ਅੱਗੇ ਪਾਵਾਂਗੇ। ਹੁਣ ਜਦੋਂ ਅਸੀਂ ਇਹ 2 ਪਾਇਆ ਤਾਂ ਇਹ ਸਿਰਫ ਹਾਈਡਰੋਜਨ ਦੇ ਅੱਗੇ ਨਹੀਂ ਹੈ, ਇਹ ਕਲੋਰੀਨ ਦੇ ਵੀ ਅੱਗੇ ਹੈ। ਤਾਂ ਕਲੋਰੀਨ ਵੀ ਇੱਧਰ 2 ਸੀਗੇ, ਇੱਧਰ 1 ਸੀਗਾ। ਤਾਂ ਸਾਡੇ ਕੋਲ ਕੀ ਹੋ ਗਿਆ, ਇਹ ਹੁਣ ਸਮੀਕਰਨ ਸਾਡੀ ਹੋ ਗਈ ਸੰਤੁਲਿਤ ਸਮੀਕਰਨ। ਠੀਕ ਹੈ ਜੀ। ਹੁਣ ਬੱਚੋ ਅਸੀਂ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ। ਤਾਂ ਰਸਾਇਣਿਕ ਕਿਰਿਆਵਾਂ ਦੀ ਪਹਿਲੀ ਕਿਸਮ ਜੋ ਹੈ ਸੰਯੋਜਨ ਕਿਰਿਆ। ਤਾਂ ਸੰਯੋਜਨ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਹੋ ਰਿਹਾ ਕੁਝ ਜੋੜ ਰਿਹਾ ਹੈ। ਤਾਂ ਜਦੋਂ 2 ਜਾਂ 2 ਤੋਂ ਵੱਧ ਅਭਿਕਾਰਕ ਜੋੜ ਕੇ ਇੱਕ ਉਤਪਾਦ ਬਣਾਉਂਦੇ ਨੇ ਤਾਂ ਅਸੀਂ ਉਹਨੂੰ ਕਵਾਂਗੇ ਸੰਯੋਜਨ ਕਿਰਿਆ। ਅਸੀਂ ਉਦਾਹਰਨ ਲੈਂਦੇ ਆ, MgO2 ਕੀ ਬਣ ਰਿਹਾ ਸਾਡੇ ਕੋਲ, MgO। ਅਸੀਂ ਪਹਿਲੇ ਵੀ ਇਹੀ ਉਦਾਹਰਨ ਲਈ ਸੀਗੀ ਕਿ ਕੀ ਹੋ ਰਿਹਾ, ਇਹਦੇ ਵਿੱਚ 2 ਅਭਿਕਾਰਕ ਜੁੜ ਰਹੇ ਨੇ ਤੇ ਇੱਕ ਉਤਪਾਦ ਬਣ ਰਿਹਾ। ਤਾਂ ਇਹ ਸਾਡੇ ਕੋਲ ਕੀ ਹੋਗੀ, ਸੰਯੋਜਨ ਕਿਰਿਆ। ਜਦੋਂ 2 ਜਾਂ 2 ਤੋਂ ਵੱਧ ਅਭਿਕਾਰਕ ਮਿਲ ਕੇ ਇੱਕ ਉਤਪਾਦ ਬਣਾਉਂਦੇ ਨੇ ਤਾਂ ਉਹ ਹੋ ਜਾਂਦੀ ਹੈ ਸੰਯੋਜਨ ਕਿਰਿਆ। ਹੁਣ ਇਸ ਕਿਰਿਆ ਦੇ ਆਧਾਰਿਤ ਸਾਡੇ ਕੋਲ ਕੁਐਸਚਨ ਕੀ ਪੁੱਛਿਆ ਜਾਂਦਾ ਹੈ ਕਿ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੋਂ ਪਹਿਲੇ ਉਸ ਨੂੰ ਰੇਗਮਾਰ ਨਾਲ ਰਗੜਿਆ ਕਿਉਂ ਜਾਂਦਾ ਹੈ, ਕਿਉਂ ਸਾਫ਼ ਕੀਤਾ ਜਾਂਦਾ ਹੈ। ਤਾਂ ਸਾਨੂੰ ਪਤਾ ਹੈ ਮੈਗਨੀਸ਼ੀਅਮ ਕੀ ਹੈ, ਹਵਾ ਵਿੱਚ ਕੀ ਕਰੇਗਾ, ਆਕਸੀਜਨ ਨਾਲ ਕਿਰਿਆ ਕਰੇਗਾ, ਮੈਗਨੀਸ਼ੀਅਮ ਆਕਸਾਈਡ ਬਣਾਏਗਾ। ਮੈਗਨੀਸ਼ੀਅਮ ਆਕਸਾਈਡ ਜਿਹੜਾ ਹੈ ਇਹ ਚਿੱਟੇ ਰੰਗ ਦਾ ਹੁੰਦਾ ਹੈ। ਤਾਂ ਉਹਦੇ ਉੱਤੇ ਕੀ ਪਰਤ ਚੜ ਜਾਏਗੀ, ਤਾਂ ਉਸ ਪਰਤ ਨੂੰ ਉਤਾਰਨ ਦੇ ਲਈ ਅਸੀਂ ਕੀ ਕਰਦੇ ਹਾਂ, ਉਹਨੂੰ ਰਗੜਦੇ ਹਾਂ ਰੇਗਮਾਰ ਦੇ ਨਾਲ। ਤਾਂ ਜਦੋਂ ਅਸੀਂ ਇਹ ਕਿਰਿਆ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਜਦੋਂ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਤਾਂ ਉਹਦੇ ਤੋਂ ਕੀ ਚਿੱਟੇ ਰੰਗ ਦਾ ਪਾਊਡਰ ਬਣੇਗਾ। ਉਸ ਚਿੱਟੇ ਰੰਗ ਦਾ ਪਾਊਡਰ ਜਿਹੜਾ ਹੈ ਉਹਨੂੰ ਅਸੀਂ ਇਕੱਠਾ ਕਰ ਲਾਂਗੇ। ਹੁਣ ਕੁਐਸਚਨ ਇੱਕ ਇਹ ਵੀ ਪੁੱਛਿਆ ਜਾਂਦਾ ਹੈ ਕਿ ਇਸ ਮੈਗਨੀਸ਼ੀਅਮ ਆਕਸਾਈਡ ਦਾ ਸੁਭਾਅ ਕੀ ਹੁੰਦਾ ਹੈ, ਤਾਂ ਇਹਦਾ ਸੁਭਾਅ ਹੁੰਦਾ ਹੈ ਖਾਰੀ ਸੁਭਾਅ ਦਾ। ਇਹ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਇਹ ਮੈਗਨੀਸ਼ੀਅਮ ਆਕਸਾਈਡ ਖਾਰੀ ਸੁਭਾਅ ਦਾ ਹੈ। ਤਾਂ ਅਸੀਂ ਇਸ ਚਿੱਟੇ ਰੰਗ ਦੇ ਪਾਊਡਰ ਨੂੰ, ਜੋ ਕਿ ਮੈਗਨੀਸ਼ੀਅਮ ਆਕਸਾਈਡ ਬਣਿਆ ਸੀ ਸਾਡੇ ਕੋਲ, ਤਾਂ ਅਸੀਂ ਇਹਨੂੰ ਕੀ ਕਰਾਂਗੇ, ਇੱਕ ਲੈ ਕੇ ਪੈਟਰੀ ਡਿਸ਼ ਦੇ ਵਿੱਚ, ਤਾਂ ਉਹਦੇ ਵਿੱਚ ਅਸੀਂ ਕੀ ਕਰਾਂਗੇ, ਪਾਣੀ ਪਾ ਦਾਂਗੇ, ਪਾਣੀ ਚ ਘੋਲਾਂਗੇ। ਸਾਨੂੰ ਪਤਾ ਹੈ ਖਾਰ ਕੀ ਕਰਦੀ ਹੈ, ਲਾਲ ਲਿਟਮਸ ਪੇਪਰ ਨੂੰ ਨੀਲੇ ਚ ਬਦਲ ਦਿੰਦੀ ਹੈ। ਤਾਂ ਅਸੀਂ ਇੱਕ ਲਾਲ ਲਿਟਮਸ ਪੇਪਰ ਲਵਾਂਗੇ, ਉਸ ਘੋਲ ਦੇ ਵਿੱਚ ਪਾਵਾਂਗੇ ਤਾਂ ਉਹਦਾ ਰੰਗ ਨੀਲਾ ਹੋ ਜਾਏਗਾ। ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਇਹ ਮੈਗਨੀਸ਼ੀਅਮ ਆਕਸਾਈਡ ਖਾਰੀ ਸੁਭਾਅ ਦਾ ਹੈ। ਤਾਂ ਅਸੀਂ ਹੁਣ ਇੱਕ ਹੋਰ ਉਦਾਹਰਨ ਲੈਂਦੇ ਹਾਂ, ਜਿਵੇਂ ਕਿ ਕੈਲਸ਼ੀਅਮ ਆਕਸਾਈਡ, ਜਿਹਨੂੰ ਅਸੀਂ ਕਹਿੰਦੇ ਹਾਂ ਅਣਬੁਝਿਆ ਚੂਨਾ। ਉਹਦੇ ਵਿੱਚ ਅਸੀਂ ਪਾਇਆ ਪਾਣੀ, ਤਾਂ ਪਾਣੀ ਪਾਇਆ ਤਾਂ ਸਾਡੇ ਕੋਲ ਕੀ ਬਣ ਗਿਆ, ਬੁਝਿਆ ਹੋਇਆ ਚੂਨਾ। ਤਾਂ ਦੇਖੋ ਸਭ ਤੋਂ ਪਹਿਲੇ ਅਸੀਂ ਇਹ ਗੱਲ ਦੇਖਣੀ ਹੈ ਕਿ ਸੰਯੋਜਨ ਕਿਰਿਆ। ਦੇਖੋ 2 ਅਭਿਕਾਰਕ ਜੁੜ ਰਹੇ ਨੇ, ਇੱਕ ਉਤਪਾਦ ਬਣ ਰਿਹਾ ਹੈ, ਤਾਂ ਇਹ ਕੀ ਹੋਗੀ ਸਾਡੇ ਕੋਲ, ਸੰਯੋਜਨ ਕਿਰਿਆ। ਨਾਲ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਪਾਣੀ ਕੈਲਸ਼ੀਅਮ ਆਕਸਾਈਡ ਚ ਕਲੀ ਵਿੱਚ ਪਾਣੀ ਪਾਉਂਦੇ, ਤੁਸੀਂ ਦੇਖਿਆ ਹੋਏਗਾ ਕਲੀ ਵਾਲੇ ਨੂੰ ਕਿ ਉਹ ਪਾਣੀ ਪਾਉਂਦਾ ਤਾਂ ਬੁਲਬੁਲੇ ਜਿਹੇ ਨਜ਼ਰ ਆਉਂਦੇ ਨੇ, ਮੀਨਸ ਉਹਦੇ ਚ ਕੀ ਹੋ ਰਿਹਾ, ਤਾਪ ਨਿਕਲ ਰਿਹਾ। ਤਾਂ ਜਦੋਂ ਤਾਪ ਊਰਜਾ ਨਿਕਲ ਰਹੀ ਹੈ ਤਾਂ ਇੱਕ ਕਿਸਮ ਨਾਲ ਇਹ ਸਾਡੇ ਕੋਲ ਕੀ ਹੋਗੀ, ਤਾਪ ਨਿਕਾਸੀ ਕਿਰਿਆ ਹੋਗੀ। ਸੰਯੋਜਨ ਕਿਰਿਆ ਤਾਂ ਇਹ ਹੈ, 2 ਅਭਿਕਾਰਕ ਜੋੜ ਕੇ ਇੱਕ ਉਤਪਾਦ ਬਣ ਰਿਹਾ, ਤਾਂ ਇਹ ਸਾਡੇ ਕੋਲ ਕੀ ਹੈ, ਸੰਯੋਜਨ ਕਿਰਿਆ। ਪਰ ਤਾਪ ਨਿਕਲ ਰਿਹਾ ਤਾਂ ਇਹ ਕੀ ਹੋਗੀ, ਤਾਪ ਨਿਕਾਸੀ ਕਿਰਿਆ ਵੀ ਹੈ।
ठीक है जी। तो संयोजन क्रिया मेरे ख्याल च तुहानू समझ आ गई होएगी। नैक्सट साडे कोल दूसरी जिहड़ी किस्म है रसायनिक क्रिया दी वो है अपघटन क्रिया। पहली क्रिया सी संयोजन क्रिया, दूसरी है अपघटन क्रिया। अपघटन क्रिया की है अपघटन, अपघटन मीन्स टूटना, अपघटन की मीन्स की है टूटना, ते संयोजन का मतलब की सी जुड़ना। तो इहदे विच की होएगा जदों कोई एक अभिकारक टुट के दो या दो तो ज्यादा उत्पाद बनाता है तो असीं उहनूं कहने आ अपघटन क्रिया। तो असीं उहदी उदाहरण लित्ती, कैल्शियम कार्बोनेट लिता है जिन्हों असीं चूना पत्थर भी बोलते हैं, चूना पत्थर इहदा साधारण नाम है। तो जदों असीं इहनूं चूना पत्थर नूं गर्म किया तो की होया साडे कोल टुट गया कैल्शियम ऑक्साइड ते कार्बन डाइऑक्साइड दे विच। ते कैल्शियम कार्बोनेट नूं गर्म किया तो साडे कोल की होगी अपघटन क्रिया, मतलब कोई एक अभिकारक दो उत्पादों दे विच टुट गया। तो हुण इत्थे साडे कोल एक क्वेश्चन होर भी बन गया कि संयोजन क्रिया ते अपघटन क्रिया आपस विच एक दूजे दे उल्ट किवें ने। तो इहदे च की हो रहा है दो तो एक बनया, इहदे च की हो रहा है एक तो दो बनया, ठीक है। तो एक दूजे दे उल्ट हो गए। हुण की असीं अपघटन सिर्फ ताप नाल ही तां नहीं कर सकदे, तो असीं उहदे वास्ते की दूजी उदाहरण लित्ती। तुसीं बुक च देखोगे तुहानूं एक चीनी दी प्याली विच सिल्वर क्लोराइड पिया होया मिलेगा बुक दे विच, उपर उहदे सूरज दी रोशनी पै रही है। तो सूरज की रोशनी नाल की हुंदे ने सिल्वर के जिन्ने भी यौगिक हुंदे ने जदों उन्हां दे उत्ते सूरज की रोशनी पैंदी प्रकाश पैंदा है तो की हुंदा है टुट जांदे ने। तां ही तुसीं देखिआ होएगा कदे भी तुसीं लैब दे विच देखो तो जिहड़े सिल्वर दे जिन्ने भी यौगिक ने वो ब्राउन कलर के भूरे रंग के बोतलों विच होणगे। तां सूरज की रोशनी पई तो की होया सिल्वर क्लोराइड टुट गया सिल्वर ते क्लोरीन दे विच, एक तो ज्यादा बन गए तो साडी होगी अपघटन क्रिया। तीजी उदाहरण मैं लित्ती पानी दी। पानी नूं तोड़ना है तो असीं की करांगे उहदे विचों करंट लगावांगे, करंट लगाया तो पानी आपां नूं पता है दो गैसां दा मिल के बनिया H2 ते O2। तो साडे कोल की होया पानी दा बिजलई अपघटन हो गया है। हुण इत्थों सानूं ये चीज तो समझ आ गई संयोजन क्रिया की हुंदी है ते अपघटन क्रिया की हुंदी है। संयोजन मतलब जुड़ गया, कोई जुड़ के बनया, अपघटन मतलब एक तो टुट के कुछ उत्पाद बने। हुण एक चीज होर जिहड़ी विच आपां करनी सीगी कि इस क्रिया दे विच की हो रहा साडे कोल ताप ऊर्जा पैदा हो रही है। ते इस क्रिया दे विच की हो रहा है ताप असीं दे रहे हैं। तो इस क्रिया नूं असीं बोलांगे ताप निकासी क्रिया, ते जिहदे विच असीं ताप दे रहे हां इस क्रिया नूं असीं बोलांगे ताप सोखी क्रिया। तो दस्सण दी लोड़ नहीं कि जिस क्रिया दे विच ताप पैदा हो रहा है उसनूं असीं ताप निकासी क्रिया कहांगे, तो जिस विच ताप दे रहे हां असीं देना पै रहा है उस क्रिया नूं असीं ताप सोखी क्रिया भी सोखी क्रिया कहते हैं। तो इत्थों सानूं एक डिफरेंस भी याद होना चाहिए, ताप निकासी क्रिया ते ताप सोखी क्रिया दे विच की अंतर है। ते हुण आ समझ आ गया। ते हुण असीं पानी दा बिजलई अपघटन बारे गल करांगे कि पानी दा बिजलई अपघटन, जिस विच असीं की कीता एक मग लिता या कोई भी असीं एक बिकर लै लिता, उहदे विच असीं पानी पाया, पानी तो बाद असीं की कीता दो इलैक्ट्रोड लगा दिते। दो इलैक्ट्रोड्स जिहड़े लगाए उहनां नूं की कीता बैटरी दे नाल कनैक्ट कर दिता। आ इलैक्ट्रोड जिहड़ा साडा है उहनूं असीं की कीता बैटरी दे ऋण टर्मिनल नाल लगाया है, इस इलैक्ट्रोड नूं बैटरी दे धन टर्मिनल नाल। जिवें सानूं पता है जो बैटरी दे ऋण टर्मिनल नाल लगे उहनूं असीं कैथोड कहने आ, ते जो इलैक्ट्रोड बैटरी दे धन टर्मिनल नाल लगे उहनूं असीं एनोड कहने आ। तो हुण साडे कोल इत्थे की है कोई भी असीं बिजलई अपघटन करते हाँ तो साडे कोल तीन चीज़ां होंदियां ने, दो इलैक्ट्रोड हुंदे ने ते एक इलैक्ट्रोलाइट हुंदा है। तो हुण इलैक्ट्रोलाइट इत्थे साडा की है पानी। तो पानी दा असीं की करदा पानी विचों जदों करंट लंघिया तो पानी विचों जदों बिजलई करंट लंघिया तो पानी टुट गया, अपघटन क्रिया होगी जो असीं पहले भी डिस्कस कर रहे हैं। अपघटन क्रिया होगी किहड़ियां दो गैसां निकलियां हाइड्रोजन गैस ते ऑक्सीजन गैस। हुण क्वेश्चन ये साडे कोल पुछया जांदा है कि ये हाइड्रोजन गैस किधर वाले पासे पैदा होएगी ते ऑक्सीजन गैस किधर वाले पासे पैदा होएगी। सानू पता है पानी दे विच H उत्ते पॉजिटिव दा धन चार्ज है ते ऑक्सीजन दे उत्ते ऋण चार्ज है। नैचुरली जे धन चार्ज है तो किहड़े पासे जाएगा ऋण वाले पासे, तो प्लस वाला इधर जाएगा साडे कोल ऋण वाले पासे, मतलब ऋण किधर है कैथोड इस पासे। तो साडे कोल हाइड्रोजन गैस किधर पैदा होएगी कैथोड दे उत्ते। हुण देखो ऑक्सीजन ते किहड़ा चार्ज है ऋण चार्ज, ऋण चार्ज किधर जाएगा धन वाले पासे, धन चार्ज किधर है
एनोड ते। तो ऑक्सीजन गैस कित्थे पैदा होएगी? एनोड ते। तो इत्थों साडा एक क्वेश्चन हल हो गया कि जिधर धन है उधर एनोड जाएगी, तो जिधर साडे कोल की हैगा ऑक्सीजन किधर जाएगी साडे कोल एनोड ते हाइड्रोजन जाएगी कैथोड दे उत्ते। हुण जे साडे कोल चित्र बनया होया पेपर दे विच ते उन्होंने पूछया कि इस तरीके नाल दसो कि इन्हां चों असीं दसीए कि किहड़ी गैस हाइड्रोजन है ते किहड़ी ऑक्सीजन है। हुण देखो पानी दे दो अणु ने साडे कोल इत्थे, असीं इहनूं संतुलित कीता तां अगे दो दो पा लेता, दो अणु ने तां दो अणु पानी दे टुੱਟੇ तां की बन रहा है? दो अणु हाइड्रोजन दे पर एक अणु बन रहा है ऑक्सीजन दा। इत्थों सानूं पता चल रहा है कि हाइड्रोजन गैस दुगनी पैदा हो रही है। तो हुण इत्थे सानूं किवें पता चलेगा चित्र दे विच कि दुगनी पैदा हो रही है? देखो इत्थे जिहड़े जदों ये अपघटन होना शुरू होया तो बुलबुले आने शुरू होणगे परख नलियां दे उत्ते, इत्थे भी बुलबुले, पानी दे विचों असीं करंट लंघाया, की होया? हाइड्रोजन गैस इधर जानी शुरू होगी, ऑक्सीजन गैस इधर जानी शुरू होगी, तो नाल की साडे कोल इत्थे बुलबुले बनने शुरू हो गए। तो इत्थे की साडे कोल बुलबुलियां दी जिहड़ी गिनती वो घट होएगी ते इधर बुलबुलियां दी गिनती ज़्यादा होएगी। तो असीं बुलबुलियां दी गिनती देख के भी दस सकते हैं कि ये साडे कोल की है हाइड्रोजन गैस है। तो दूजी गल असीं इस चीज़ नूं इस जगह नूं देख के भी दस सकते हैं, इधर जगह घट है इहदा मतलब इत्थे गैस घट है, तो इत्थे जगह ज़्यादा है तो मतलब इत्थे गैस ज़्यादा है। तो जिधर घट गैस है वो किहड़ी हुई? ऑक्सीजन गैस, ते जिधर ज़्यादा है वो होगी हाइड्रोजन गैस। तो असीं इस तरीके नाल असीं इस क्वेश्चन नूं हल कर सकते हाँ। हुण असीं रसायनिक किरिया की तीसरी किस्म विस्थापन किरिया का अध्ययन करांगे। विस्थापन किरिया की हुंदी है? वो रसायनिक प्रतिक्रिया जिस विच कोई एक तत्त किसी दूसरे तत्त नूं उसदे यौगिक विचों विस्थापित कर दिंदा है। इहदी असीं बड़ी सधारण उदाहरण लैंदे हां तुहाडी क्लास दे विचों। मान लो तुसीं ते तुहाडा दोस्त इकट्ठे बैठे हो, उत्तों एक बच्चा आंदा है जो बहुत ही ताकतवर है ते वो तुहाडे दोस्त नूं उत्थों उठण लई कह रहा है। हुण की होएगा? तुहाडा दोस्त मान लो बहुत पतला जिहा है, नाजुक जिहा है, तो वो ताकतवर बच्चा की करेगा? उसनूं उसदी जगह तो हटा के उसदी जगह लै सकदा है। तो इसे तरह ही रसायनिक क्रियावां दे विच की है तत्त जिहड़ा है वो दूसरे तत्त नूं विस्थापित करदा है। तो विस्थापन का मतलब है किसी नूं उसदी जगह विचों उसदे कोल विचों हटा देना। तो देखो उसदी उदाहरण असीं लैंदे हां। मान लो असीं परख नली लीती, परख नली दे विच असीं कॉपर सल्फेट दा घोल पाया जो कि नीले रंग दा है, उहदे विच असीं लोहे दीआं दो तीन मेखां सੱਟ दित्तियां। हुण लोहे दीआं मेखां असीं उसनूं कुछ घंटिਆਂ ਲਈ उस परख नली नूं असीं स्टैंड ते रख के साइड ते रख दित्ता। कुछ घंटिਆਂ बाद जदों असीं देखिया जो नीले रंग दा घोल सी ਉਹਨੂੰ हरे रंग विच बदल चुक्या, पर सानूं समझ नहीं आई कि ये की हो गया। तो उस लिए असीं एक समीकरण करदे हां कि आयरन लोहा जो असीं किल्लां पाईआं सी कॉपर सल्फेट दे घोल दे विच पाईआं, ये साडे अभिकारक हो गए। हुण असीं की होया थोड़ी देर बाद हरा रंग घोल हो गया, की बनिया उहदे विच? आयरन सल्फेट बनिया। हुण आयरन सल्फेट इहदा मतलब इहदा रंग की है? हरा रंग। जो उहदे विच हरे रंग दा घोल बनिया सी वो की है? आयरन सल्फेट। कॉपर सल्फेट दा रंग किहड़ा सी? नीला। तो घोल दा रंग नीले तो बदल के की हो गया? हरा हो गया। ते जिहड़े लोहे दी मेखां तुसीं पाईआं सी उहदे उत्ते एक भूरे रंग दी परत जम गई। वो भूरे रंग दी परत किस चीज़ दी है? कॉपर दी। तो कॉपर क्योंकि आयरन ने की कीता? कॉपर नूं उसदी यौगिक विचों उसदे घोल विचों विस्थापित करता। देखो आयरन सल्फेट नाल खुद जोड़ के घोल बन गया ते कॉपर नूं उसदी जगह तो उहने कढ दित्ता। ते इह साडी हो गई विस्थापन किरिया। तो इस विस्थापन किरिया की असीं एक होर उदाहरण लैंदे हां जिहदे च असीं लिता जिंक। किंदे च पाया? कॉपर सल्फेट दे घोल विच। की होया? जिंक ने कॉपर नूं विस्थापित करता, जिंक सल्फेट दा घोल बन गया नाल कॉपर। जिंक सल्फेट दा रंग हुंदा है चिट्टा, कॉपर सल्फेट दा नीला, आयरन सल्फेट दा हरा ते जिंक सल्फेट दा चिट्टा रंग। हुण असीं एक होर उदाहरण लैंदे हां जिहदे विच असीं की कीता? कॉपर नूं जिंक सल्फेट दे घोल विच पाया। हुण देखण नूं लगदा होएगा तुहानूं कि कॉपर सल्फेट मिलके कॉपर सल्फेट ते जिंक बन जाएगा, जबकि नहीं, इत्थे कोई भी क्रिया नहीं वापरेगी। जिवें कि आपां बच्चे दी उदाहरण लैके ये बोलिया सी कि एक ज़्यादा ताकतवर बच्चा, तो नैचुरली इत्थे भी कुछ अजिहा हो रहा होएगा कि ताकतां दे विच की हुंदी है? क्रियाशीलता हुंदी। तो ये लोहा जिहड़ा है एक तांबे नाल कॉपर नालों ज़्यादा क्रियाशील है, जिस करके उहनूं विस्थापित कर सकिया। जिंक जिहड़ा है कॉपर नालों ज़्यादा क्रियाशील है, तो ये की है? ज़्यादा क्रियाशील तांबे नालों। तो इहने की कीता? विस्थापित कर दिता ते खुद घोल बना लिया। पर इस केस दे विच जिहड़ा कॉपर है जिहने हटाना है
ਉਹ ਖੁਦ ਹੀ ਮੈਂ ਆਪਾਂ ਪਹਿਲੇ ਦੱਸਿਆ ਕਿ ਘੱਟ ਕਿਰਿਆਸ਼ੀਲ ਹੈ ਜ਼ਿੰਕ ਨਾਲੋਂ। ਜੋ ਘੱਟ ਕਿਰਿਆਸ਼ੀਲ ਹੈ, ਹੁਣ ਇੱਕ ਨਾਜ਼ੁਕ ਜਿਹਾ ਬੱਚਾ ਆ ਕੇ ਤਾਕਤਵਰ ਬੱਚੇ ਨੂੰ ਥੋੜੀ ਨਾ ਉਠਾ ਸਕਦਾ ਹੈ, ਤਾਂ ਉਹ ਇੱਥੇ ਉਵੇਂ ਹੀ ਘੱਟ ਕਿਰਿਆਸ਼ੀਲ ਤੱਤ ਜ਼ਿਆਦਾ ਕਿਰਿਆਸ਼ੀਲ ਤੱਤ ਨੂੰ ਵਿਸਥਾਪਿਤ ਨਹੀਂ ਕਰ ਸਕਦਾ, ਤਾਂ ਇੱਥੇ ਕੋਈ ਵੀ ਕਿਰਿਆ ਨਹੀਂ ਹੋਏਗੀ। ਤਾਂ ਇਹ ਹੋਗੀ ਸਾਡੀ ਵਿਸਥਾਪਨ ਕਿਰਿਆ। ਤਾਂ ਹੁਣ ਅਸੀਂ ਰਸਾਇਣਿਕ ਕਿਰਿਆ ਦੀ ਚੌਥੀ ਕਿਸਮ ਦੀ ਗੱਲ ਕਰਾਂਗੇ, ਦੂਹਰਾ ਵਿਸਥਾਪਨ ਕਿਰਿਆ। ਤਾਂ ਉਹ ਪ੍ਰਤੀਕਿਰਿਆ ਜਿਸ ਵਿੱਚ ਪਰਮਾਣੂਆਂ ਦਾ ਆਪਸ ਵਿੱਚ ਹੀ ਆਦਾਨ ਪ੍ਰਦਾਨ ਹੁੰਦਾ ਹੈ, ਤਾਂ ਉਸ ਨੂੰ ਅਸੀਂ ਦੂਹਰਾ ਵਿਸਥਾਪਨ ਕਿਰਿਆ ਕਹਿੰਦੇ ਹਾਂ। ਅਸੀਂ ਕਲਾਸ 'ਚ ਇੱਕ ਉਦਾਹਰਨ ਲੈਂਦੇ ਹਾਂ। ਮੰਨ ਲਓ ਪਹਿਲੇ ਬੈਂਚ ਤੇ 2 ਬੱਚੇ ਬੈਠੇ ਹੈ, ਦੂਸਰੇ ਬੈਂਚ ਤੇ ਫਿਰ 2 ਬੱਚੇ ਬੈਠੇ ਹੈ। ਤਾਂ ਕਿ ਪਹਿਲੇ ਬੈਂਚ ਤੋਂ ਇੱਕ ਬੱਚਾ ਉੱਠ ਕੇ ਦੂਸਰੇ ਬੈਂਚ ਤੇ ਚਲਾ ਜਾਂਦਾ ਹੈ ਤੇ ਦੂਸਰੇ ਬੈਂਚ ਤੋਂ ਇੱਕ ਬੱਚਾ ਪਹਿਲੇ ਬੈਂਚ ਤੇ ਆ ਰਿਹਾ ਹੈ। ਤਾਂ ਕੀ ਹੋ ਰਿਹਾ ਹੈ, ਬੱਚੇ ਇੱਕ ਦੂਜੇ ਦੀ ਜਗ੍ਹਾ ਲੈ ਰਹੇ ਨੇ। ਬਿਲਕੁਲ ਉਵੇਂ ਹੀ ਰਸਾਇਣਿਕ ਕਿਰਿਆ ਦੇ ਵਿੱਚ ਕੀ ਹੈ, ਪਰਮਾਣੂ ਇੱਕ ਦੂਜੇ ਦੀ ਜਗ੍ਹਾ ਲੈਂਦੇ ਆ, ਤਾਂ ਅਸੀਂ ਉਹਨੂੰ ਬੋਲਦੇ ਆ ਪਰਮਾਣੂਆਂ ਦਾ ਆਦਾਨ ਪ੍ਰਦਾਨ। ਤਾਂ ਦੇਖੋ ਉਦਾਹਰਨ, ਅਸੀਂ ਲਿੱਤਾ ਸਿਲਵਰ ਨਾਈਟ੍ਰੇਟ ਦਾ ਘੋਲ ਲਿੱਤਾ, ਉਸ ਵਿੱਚ ਅਸੀਂ ਕੀ ਕੀਤਾ, ਸੋਡੀਅਮ ਕਲੋਰਾਈਡ ਦਾ ਘੋਲ ਪਾਇਆ। ਤਾਂ ਕਲੋਰੀਨ ਕਲੋਰਾਈਡ ਇੱਥੋਂ ਕੀ ਹੋ ਗਿਆ, ਉੱਠ ਕੇ ਇੱਧਰ ਚਲਾ ਗਿਆ Ag ਦੇ ਨਾਲ, ਇਹ ਬਣ ਗਿਆ AgCl, ਤੇ ਇੱਧਰੋਂ NaNO3 ਉੱਠ ਕੇ ਚਲਾ ਗਿਆ Na ਦੇ ਨਾਲ, ਤੇ ਇਹ ਬਣ ਗਿਆ NaNO3। ਪਰ ਅਸੀਂ ਇਹਦੇ ਵਿੱਚ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਾਂਗੇ ਕਿ ਸਿਲਵਰ ਦੇ ਵਿੱਚ ਸਾਨੂੰ ਪਤਾ ਹੈ ਕਿ ਇਹਦੇ ਵਿੱਚ ਕੀ ਇੱਕ ਕਟਾਇਨ ਹੁੰਦਾ ਹੈ, ਇੱਕ ਅਨਾਇਨ ਹੁੰਦਾ ਹੈ, ਇੱਕ ਤੇ ਧਨ ਚਾਰਜ ਹੁੰਦਾ ਹੈ ਤੇ ਇੱਕ ਤੇ ऋण ਚਾਰਜ। ਤਾਂ ਜਦੋਂ ਅਦਲਾ ਬਦਲੀ ਕਰਾਂਗੇ ਨਾ, ਤਾਂ ਇਹਦੇ ਆ ਪਿੱਛੇ ਵਾਲਾ ਇਹਦੇ ਅੱਗੇ ਵਾਲੇ ਨਾਲ ਲਗਾਵਾਂਗੇ, ਤੇ ਇਹਦੇ ਵਾਲਾ ਪਿੱਛੇ ਵਾਲਾ ਐਸ ਅੱਗੇ ਵਾਲੇ ਦੇ ਨਾਲ ਲਗਾਵਾਂਗੇ। ਕਦੇ ਵੀ ਅਸੀਂ 2 ਤਾਤਾਂ ਨੂੰ ਇਕੱਠਾ ਨਹੀਂ ਕਰਾਂਗੇ। Ag ਤੇ Na ਨੂੰ ਜੋੜ ਕੇ ਅਸੀਂ ਇੱਕ ਵੱਖਰਾ ਨਹੀਂ ਪਰਮਾਣੂ ਦਾ ਆਦਾਨ ਪ੍ਰਦਾਨ ਕਰ ਦਾਂਗੇ। ਤਾਂ Cl ਲੱਗ ਜਾਏਗਾ Ag ਦੇ ਨਾਲ, ਬਣ ਗਿਆ AgCl, ਉਹ ਬਣ ਗਿਆ ਸਿਲਵਰ ਕਲੋਰਾਈਡ, ਤੇ ਸਾਡੇ ਕੋਲ NO3 ਲੱਗ ਗਿਆ Na ਦੇ ਨਾਲ, ਬਣ ਗਿਆ NaNO3 ਸੋਡੀਅਮ ਨਾਈਟ੍ਰੇਟ। ਤਾਂ ਜਿਸ ਵਿੱਚ ਪਰਮਾਣੂਆਂ ਦਾ ਆਪਸ ਵਿੱਚ ਆਦਾਨ ਪ੍ਰਦਾਨ ਹੋ ਰਿਹਾ ਜਿਹੜੀ ਕਿਰਿਆ ਦੇ ਵਿੱਚ, ਉਸ ਨੂੰ ਅਸੀਂ ਕਹਿੰਦੇ ਹਾਂ ਦੂਹਰਾ ਵਿਸਥਾਪਨ ਕਿਰਿਆ। ਤਾਂ ਅਸੀਂ ਇੱਕ ਹੋਰ ਉਦਾਹਰਨ ਲੈ ਰਹੇ ਹਾਂ, ਜਿੰਦੇ ਵਿੱਚ ਅਸੀਂ ਲਿੱਤਾ ਬੇਰੀਅਮ ਕਲੋਰਾਈਡ, ਉਹਦੇ ਵਿੱਚ ਅਸੀਂ ਪਾਇਆ ਸੋਡੀਅਮ ਸਲਫੇਟ ਦਾ ਘੋਲ। ਤਾਂ ਕੀ ਹੋ ਰਿਹਾ ਹੈ, ਬਿਲਕੁਲ ਉਸੇ ਤਰ੍ਹਾਂ ਹੀ ਪਰਮਾਣੂਆਂ ਦਾ ਆਦਾਨ ਪ੍ਰਦਾਨ ਹੋਇਆ। ਸਲਫੇਟ ਆ ਕੇ ਬੇਰੀਅਮ ਦੇ ਨਾਲ ਲੱਗ ਗਿਆ, ਬਣ ਗਿਆ ਬੇਰੀਅਮ ਸਲਫੇਟ, ਤੇ ਇਧਰੋਂ ਕਲੋਰਾਈਡ ਸੋਡੀਅਮ ਦੇ ਨਾਲ ਜਾ ਕੇ ਲੱਗ ਗਿਆ, ਬਣ ਗਿਆ ਸੋਡੀਅਮ ਕਲੋਰਾਈਡ। ਤਾਂ ਇਹ ਹੋ ਗਈ ਸਾਡੀ ਦੂਹਰਾ ਵਿਸਥਾਪਨ ਕਿਰਿਆ। ਤਾਂ ਹੁਣ ਇੱਕ ਚੀਜ਼ ਹੋਰ, ਜਦੋਂ ਅਸੀਂ ਇਹਨਾਂ 2 ਘੋਲਾਂ ਨੂੰ ਮਿਲਾਇਆ ਤਾਂ ਸਾਡੇ ਕੋਲ ਕੀ ਆ ਬਣ ਰਿਹਾ। ਜਦੋਂ ਇਹ ਬਣ ਰਿਹਾ ਤਾਂ ਦੋਨੋਂ ਘੋਲ ਸੀਗੇ, ਪਰ ਇਹਦੇ ਵਿੱਚ ਕੀ ਹੈ, ਇਹ ਸਾਡਾ ਚਿੱਟੇ ਰੰਗ ਦਾ ਪਦਾਰਥ ਹੈ। ਚਿੱਟੇ ਰੰਗ ਦਾ ਪਦਾਰਥ ਠੋਸ ਰੂਪ ਦੇ ਵਿੱਚ। ਜਦੋਂ ਕੋਈ ਚੀਜ਼ ਠੋਸ ਹੈ, ਇਹ ਘੋਲ ਹੈ, ਜਿਵੇਂ ਕਿਸੇ ਸਾਨੂੰ ਪਤਾ ਸੋਡੀਅਮ ਕਲੋਰਾਈਡ ਕੀ ਹੈ, ਪਾਣੀ 'ਚ ਘੋਲਾਂਗੇ ਤਾਂ ਨਮਕ ਜਿਹੜਾ ਪਾਣੀ ਵਿੱਚ ਘੁਲ ਜਾਂਦਾ ਹੈ ਤੇ ਇੱਕ ਘੋਲ ਬਣ ਗਿਆ। ਪਰ ਇਹ ਬੇਰੀਅਮ ਸਲਫੇਟ ਕੀ ਹੈ, ਠੋਸ ਹੈ, ਚਿੱਟੇ ਰੰਗ ਦਾ ਪਦਾਰਥ। ਤਾਂ ਉਹ ਕੀ ਹੋਏਗਾ, ਘੁਲੇਗਾ ਤਾਂ ਨਹੀਂ, ਉਹ ਨੀਚੇ ਬੈਠ ਜਾਏਗਾ। ਤਾਂ ਇੱਕ ਤਰ੍ਹਾਂ ਦੇ ਕੀ ਬਣ ਗਏ, ਅਵਖੇਪ ਬਣ ਗਏ। ਤਾਂ ਜਦੋਂ ਕੋਈ ਠੋਸ ਪਦਾਰਥ ਕਿਸੇ ਘੋਲ ਦੇ ਵਿੱਚ ਨੀਚੇ ਬੈਠਦਾ ਹੈ ਤਾਂ ਘੁਲਦਾ ਨਹੀਂ, ਘੋਲ ਦੇ ਵਿੱਚ ਘੁਲਦਾ ਨਹੀਂ, ਅਘੁਲ ਹੈ, ਤਾਂ ਅਸੀਂ ਉਹਨੂੰ ਅਵਖੇਪ ਬੋਲਦੇ ਹਾਂ। ਤੇ ਇਹ ਕਿਰਿਆ ਇੱਕ ਤਰ੍ਹਾਂ ਦੀ ਕੀ ਹੋਗੀ, ਅਵਖੇਪਨ ਕਿਰਿਆ। ਕੀ ਹੋਗੀ ਸਾਡੀ, ਅਵਖੇਪਨ ਕਿਰਿਆ। ਤਾਂ ਉਹ ਕਿਰਿਆ ਜਿਸ ਵਿੱਚ ਅਵਖੇਪ ਬਣਦੇ ਨੇ, ਉਸ ਨੂੰ ਅਵਖੇਪਨ ਕਿਰਿਆ ਕਿਹਾ ਜਾਂਦਾ ਹੈ। ਤਾਂ ਹੁਣ ਅਸੀਂ ਆਕਸੀਕਰਨ ਅਤੇ ਲਘੂਕਰਨ ਕਿਰਿਆ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੇ ਆਕਸੀਕਰਨ ਕਿਰਿਆ ਕੀ ਹੁੰਦੀ ਹੈ, ਉਹ ਕਿਰਿਆ ਜਿਸ ਵਿੱਚ ਆਕਸੀਜਨ ਜੁੜਦੀ ਹੈ ਜਾਂ ਹਾਈਡਰੋਜਨ ਨਿਕਲਦੀ ਹੈ। ਤਾਂ ਉਹ ਕਿਰਿਆ ਜਿਸ ਵਿੱਚ ਆਕਸੀਜਨ ਜੁੜ ਰਹੀ ਹੈ ਤਾਂ ਉਹਨੂੰ ਅਸੀਂ ਆਕਸੀਕਰਨ ਕਿਰਿਆ ਕਹਾਂਗੇ, ਜਾਂ ਹਾਈਡਰੋਜਨ ਨਿਕਲ ਰਹੀ ਹੈ ਤਾਂ ਅਸੀਂ ਉਹਨੂੰ ਆਕਸੀਕਰਨ ਕਿਰਿਆ ਕਹਾਂਗੇ। ਤੇ ਉਦਾਹਰਨ ਲਈਏ ਤਾਂ ਕੋਪਰ ਪਲੱਸ ਆਕਸੀਜਨ। ਕੋਪਰ ਨੂੰ ਅਸੀਂ ਜਲਾਇਆ, ਕਿਸੇ ਪੈਟਰੀ ਡਿਸ਼ 'ਚ ਲੈ ਕੇ ਚਾਈਨਾ ਡਿਸ਼ 'ਚ ਲਿੱਤਾ ਸੀ, ਅਸੀਂ ਉਹਨੂੰ ਜਲਾਇਆ ਤਾਂ ਸਾਡੇ ਕੋਲ ਕੀ ਬਣ ਗਿਆ, ਕੋਪਰ ਆਕਸਾਈਡ। ਤਾਂ ਇਹ ਹੋਗੀ ਆਕਸੀਕਰਨ ਕਿਰਿਆ। ਇਸ ਕਿਰਿਆ ਦੇ ਵਿੱਚ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਕੋਪਰ ਦਾ ਰੰਗ ਸਾਨੂੰ ਪਤਾ ਹੈ ਭੂਰੇ ਰੰਗ ਦਾ ਹੁੰਦਾ ਹੈ, ਤੇ ਜਦੋਂ ਅਸੀਂ ਉਹਨੂੰ ਜਲਾਵਾਂਗੇ, ਉਹਨੂੰ ਗਰਮ ਕਰਾਂਗੇ, ਤਾਂ ਤਾਪ ਦਿੱਤਾ, ਗਰਮ ਕੀਤਾ, ਤਾਂ ਕਾਲੇ ਰੰਗ ਦਾ ਕੋਪਰ ਆਕਸਾਈਡ ਸਾਡੇ ਕੋਲ ਬਣ ਗਿਆ। ਇੱਕ ਚੀਜ਼ ਇਹ ਵੀ ਹੈ ਕਿ ਇਹ ਕੀ ਆਕਸੀਕਰਨ ਕਿਰਿਆ। ਹੁਣ ਨੈਕਸਟ ਲਘੂਕਰਨ ਕਿਰਿਆ। ਤਾਂ ਬਿਲਕੁਲ ਇਸ ਤੋਂ ਉਲਟ, ਇੱਧਰ ਕੀ ਸੀ, ਆਕਸੀਜਨ ਜੁੜੀ ਸੀ। ਹੁਣ ਇੱਧਰ ਕੀ ਹੈ, ਜੇ ਕਿਰਿਆ ਚੋਂ ਕਿਸੇ ਵੀ ਪਰਮਾਣੂ ਚੋਂ ਕੋਈ ਨਾਲ ਦਾ ਆਕਸੀਜਨ ਨਿਕਲ ਰਹੀ ਹੈ ਤਾਂ ਅਸੀਂ ਉਹਨੂੰ ਲਘੂਕਰਨ ਕਿਰਿਆ ਕਹਾਂਗੇ, ਜਾਂ ਹਾਈਡਰੋਜਨ ਜੇ ਜੁੜਦੀ ਵੀ ਹੈ ਤਾਂ ਅਸੀਂ ਉਹਨੂੰ ਲਘੂਕਰਨ ਕਿਰਿਆ ਕਹਾਂਗੇ। ਨਾਈਟ੍ਰੋਜਨ ਹਾਈਡਰੋਜਨ ਜੁੜ ਰਿਹਾ ਵਿੱਚ, ਤੇ ਜੇ ਜੁੜ ਰਿਹਾ ਤਾਂ ਉਹ ਲਘੂਕਰਨ ਕਿਰਿਆ। ਹੁਣ ਅਸੀਂ ਇੱਕ ਉਦਾਹਰਨ ਲੈਂਦੇ ਹਾਂ ਨੀਚੇ, ਜ਼ਿੰਕ ਆਕਸਾਈਡ ਪਲਸ ਕਾਰਬਨ। ਹੁਣ ਤੋਂ ਕੀ ਬਣ ਰਿਹਾ, ਜ਼ਿੰਕ ਪਲਸ ਕਾਰਬਨ ਮੋਨੋਆਕਸਾਈਡ। ਦੇਖੋ ਜ਼ਿੰਕ ਆਕਸਾਈਡ ਤੋਂ ਕੀ ਬਣ ਰਿਹਾ, ਜ਼ਿੰਕ ਬਣ ਰਿਹਾ। ਕਾਰਬਨ ਤੋਂ ਕੀ ਬਣ ਰਿਹਾ, ਕਾਰਬਨ ਮੋਨੋਆਕਸਾਈਡ। 2 ਚੀਜ਼ਾਂ ਇਹਦੇ 'ਚ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ, 2 ਚੀਜ਼ਾਂ ਦੇ, ਇਹਦੇ ਤੋਂ ਆ ਬਣ ਰਿਹਾ, ਇਹਦੇ ਤੋਂ ਆ ਬਣ ਰਿਹਾ। ਹੁਣ ਜੇ ਮੈਂ ਇਹਨੂੰ ਦੇਖਾਂ ਕਾਰਬਨ ਨੂੰ, ਕਾਰਬਨ ਤੋਂ ਕੀ ਬਣ ਰਿਹਾ, ਕਾਰਬਨ ਮੋਨੋਆਕਸਾਈਡ। ਮਤਲਬ ਆਕਸੀਜਨ ਕੀ ਹੋ ਰਹੀ ਹੈ, ਜੋੜ ਰਹੀ ਹੈ। ਜੋ ਆਕਸੀਜਨ ਜੋੜ ਰਹੀ ਹੈ ਤਾਂ ਬੜੇ ਧਿਆਨ ਨਾਲ ਦੇਖ ਕੇ ਅਸੀਂ ਦੱਸ ਸਕਦੇ ਹਾਂ ਕਿ ਇਹ ਆਕਸੀਕਰਨ ਕਿਰਿਆ ਹੋ ਰਹੀ ਹੈ। ਕਿਹੜੀ ਹੋ ਰਹੀ ਹੈ,
ਆਕਸੀਕਰਨ ਕਿਰਿਆ। ਤੇ ਹੁਣ ਦੂਸਰਾ ਦੇਖੋ, ਜ਼ਿੰਕ ਆਕਸਾਈਡ ਤੋਂ ਕੀ ਬਣ ਰਿਹਾ ਹੈ? ਜ਼ਿੰਕ। ਤਾਂ ਹੁਣ ਇੱਥੋਂ ਕੀ ਆਕਸੀਜਨ ਇੱਧਰ ਵਾਲੇ ਪਾਸੇ ਲੱਗੀ ਹੋਈ ਹੈ ਤੇ ਇੱਧਰ ਵਾਲੇ ਪਾਸੇ ਆ ਕੇ ਉਤਰ ਗਈ ਨਹੀਂ ਹੈ। ਉਤਪਾਦ ਆ ਨੇ ਨਾ, ਆਪਾਂ ਇਹਨਾਂ ਨੂੰ ਦੇਖਾਂਗੇ ਇੱਧਰ ਤੋਂ ਇੱਧਰ ਗਏ ਤਾਂ ਕੀ ਹੋਇਆ। ਹੁਣ ਇੱਧਰ ਆਕਸੀਜਨ ਉਤਰ ਗਈ, ਉੱਥੇ ਕੀ ਸੀ? ਆਕਸੀਜਨ ਲੱਗ ਗਈ ਸੀ ਤਾਂ ਆਕਸੀਕਰਨ ਹੋ ਗਿਆ ਸੀ। ਇੱਥੇ ਉਤਰ ਗਈ ਤੇ ਜਦੋਂ ਆਕਸੀਜਨ ਉਤਰ ਜੇ, ਆ ਲਿਖਿਆ ਆਪਾਂ ਆਕਸੀਜਨ ਦਾ ਅੱਡ ਹੋਣਾ, ਤਾਂ ਉਹ ਕੀ ਹੋਏਗੀ? ਲਘੂਕਰਨ। ਤਾਂ ਅਸੀਂ ਲਿਖ ਦਿੱਤਾ ਇੱਥੇ। ਤਾਂ ਹੁਣ ਇਸ ਵਿੱਚ ਕੀ ਹੋ ਰਿਹਾ? ਆਕਸੀਕਰਨ ਵੀ ਹੋ ਰਿਹਾ ਤੇ ਲਘੂਕਰਨ ਵੀ ਹੋ ਰਿਹਾ ਇਸ ਰਸਾਇਣਿਕ ਕਿਰਿਆ ਦੇ ਵਿੱਚ। ਇੱਕ ਹੋਰ ਉਦਾਹਰਨ ਦੇਖੋ, MnO2 HCl MnCl2 ਮੈਗਨੀਜ਼ ਕਲੋਰਾਈਡ ਬਣ ਗਿਆ, ਪਾਣੀ ਤੇ ਨਾਲ ਕਲੋਰੀਨ। ਹੁਣ ਇਹਦੇ ਵਿੱਚ ਕੀ ਹੈ? MnO2 ਤੋਂ MnCl2 ਬਣ ਰਿਹਾ ਤੇ HCl ਤੋਂ ਸਾਡੇ ਕੋਲ ਕੀ ਹੋ ਰਿਹਾ ਹੈ? H2O ਬਣ ਰਿਹਾ। ਹੁਣ ਹਾਈਡਰੋਜਨ ਦੇ ਨਾਲ ਇੱਧਰ ਆ ਕੇ ਕੀ ਹੋ ਗਿਆ? ਆਕਸੀਜਨ ਜੁੜ ਗਈ ਤਾਂ ਕੀ ਹੋਇਆ? ਆਕਸੀਕਰਨ ਕਿਰਿਆ। ਹੁਣ ਇਸ Mn ਨੂੰ ਦੇਖੋ, ਇੱਧਰ ਆਕਸੀਜਨ ਲੱਗੀ ਹੋਈ ਸੀ, ਇੱਧਰ ਆ ਕੇ ਉਤਰ ਗਈ ਤਾਂ ਇਹ ਹੋ ਗਿਆ ਸਾਡਾ ਲਘੂਕਰਨ ਕਿਰਿਆ। ਤਾਂ ਹੁਣ ਉਹ ਕਿਰਿਆ, ਆ ਕਿਰਿਆ ਇੱਕ ਉਹ ਕਿਰਿਆ ਜਿਸ ਵਿੱਚ ਆਕਸੀਕਰਨ ਵੀ ਹੋਵੇ ਤੇ ਲਘੂਕਰਨ ਵੀ ਹੋਵੇ, ਜਿਵੇਂ ਕਿਹਾ ਸੀ ਆਕਸੀਕਰਨ ਵੀ ਹੋਵੇ ਤੇ ਲਘੂਕਰਨ ਵੀ ਹੋਵੇ, ਉਸ ਕਿਰਿਆ ਨੂੰ ਅਸੀਂ ਕਹਿੰਦੇ ਆ ਰਿਡੌਕਸ ਕਿਰਿਆ। ਤਾਂ ਅਸੀਂ ਇੱਥੋਂ ਸਮ ਅਪ ਕਰਾਂਗੇ ਤਾਂ ਰਿਡੌਕਸ ਕਿਰਿਆ ਕੀ ਹੁੰਦੀ ਏ? ਉਹ ਕਿਰਿਆ ਜਿਸ ਵਿੱਚ ਆਕਸੀਕਰਨ ਅਤੇ ਲਘੂਕਰਨ ਦੋਵੇਂ ਹੋਣ, ਮਤਲਬ ਇੱਕ ਕਿਸੇ ਪਰਮਾਣੂ ਦਾ ਆਕਸੀਕਰਨ ਹੋ ਰਿਹਾ ਤੇ ਦੂਸਰੇ ਤੱਤ ਦਾ ਕੀ ਹੋ ਰਿਹਾ? ਲਘੂਕਰਨ ਹੋ ਰਿਹਾ, ਤਾਂ ਅਸੀਂ ਉਹਨੂੰ ਰਿਡੌਕਸ ਕਿਰਿਆ ਕਹਿੰਦੇ ਹਾਂ। ਨੈਕਸਟ ਸਾਡਾ ਟੌਪਿਕ ਹੈ ਦੁਰਗੰਧਤਾ। ਦੁਰਗੰਧਤਾ ਮਤਲਬ ਜਦੋਂ ਵੀ ਚਰਬੀ ਯੁਕਤ ਜਾਂ ਤੇਲ ਯੁਕਤ ਜਿੰਨੇ ਵੀ ਪਦਾਰਥ ਹੁੰਦੇ ਨੇ, ਜਦੋਂ ਆਕਸੀਜਨ ਨਾਲ ਕਿਰਿਆ ਕਰਦੇ ਨੇ ਤਾਂ ਉਹਨਾਂ ਦਾ ਆਕਸੀਕਰਨ ਹੋ ਜਾਂਦਾ ਹੈ। ਆਕਸੀਕਰਨ ਹੋ ਜਾਂਦਾ ਤਾਂ ਉਹਨਾਂ ਚੋਂ ਦੁਰਗੰਧ ਆਣੀ ਸ਼ੁਰੂ ਹੋ ਜਾਂਦੀ ਹੈ। ਤਾਂ ਜਦੋਂ ਵੀ ਕੋਈ ਵੀ ਪਦਾਰਥ ਹੈ ਜਿਨ੍ਹਾਂ 'ਚ ਤੇਲ ਜਾਂ ਚਰਬੀ ਹੋਏਗੀ ਤਾਂ ਉਹਨਾਂ 'ਚ ਦੁਰਗੰਧ ਆਣੀ ਸ਼ੁਰੂ ਹੋ ਜਾਂਦੀ ਹੈ। ਕਿਸ ਕਰਕੇ ਦੁਰਗੰਧ ਆਈ? ਆਕਸੀਜਨ ਨਾਲ ਕਿਰਿਆ ਕਰਨ ਕਰਕੇ। ਤਾਂ ਇਹਨੂੰ ਅਸੀਂ ਬੋਲਦੇ ਹਾਂ ਦੁਰਗੰਧਤਾ। ਹੁਣ ਦੁਰਗੰਧਤਾ ਕਰਕੇ ਕੀ, ਇੱਕ ਤਾਂ ਉਹਨਾਂ ਦੇ ਖਾਣ 'ਚ ਸਵਾਦ ਵੀ ਬਦਲ ਜਾਏਗਾ, ਦੂਸਰਾ ਉਹਨਾਂ ਦੀ ਸਮੈਲ ਵੀ, ਮਤਲਬ ਉਹਨਾਂ 'ਚ ਦੁਰਗੰਧ ਆਉਣ ਲੱਗ ਗਈ ਤਾਂ ਇਹਦਾ ਮਤਲਬ ਉਹਨਾਂ ਦੀ ਗੰਧ ਵੀ ਬਦਲ ਗਈ। ਹੁਣ ਇਸ ਚੀਜ਼ ਨੂੰ ਰੋਕਣ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਉਸ ਚੀਜ਼ ਦਾ, ਉਸ ਪਦਾਰਥ ਦਾ ਆਕਸੀਜਨ ਦੇ ਨਾਲ ਸੰਪਰਕ ਤੋੜ ਦਈਏ। ਤਾਂ ਅਸੀਂ ਕੀ ਕਰੀਏ? ਘਰੇ ਵੀ ਜੇ ਕੁਝ ਪਦਾਰਥ ਰੱਖਿਆ ਹੈ, ਤੁਸੀਂ ਕੋਈ ਭੁਜੀਆ ਜਾਂ ਕੁਝ ਵੀ ਰੱਖਦੇ ਹੋ ਜਿਹਦੇ 'ਚ ਚਰਬੀ ਜਾਂ ਤੇਲ ਹੈ, ਤਾਂ ਉਹਨੂੰ ਟਾਈਟ ਬਾਕਸਿਸ ਦੇ ਵਿੱਚ ਰੱਖੋ ਤਾਂ ਆਕਸੀਜਨ ਦਾ ਸੰਪਰਕ ਘੱਟ ਜਾਏਗਾ ਜਾਂ ਟੁੱਟ ਜਾਏਗਾ, ਤਾਂ ਜਿਹਦੇ ਨਾਲ ਉਹ ਖਰਾਬ ਜਲਦੀ ਨਹੀਂ ਹੋਏਗਾ। ਦੂਸਰਾ, ਤੁਸੀਂ ਅਕਸਰ ਬੱਚੋ ਚਿਪਸ ਖਾਂਦੇ ਹੋ, ਚਿਪਸ ਦੇ ਪੈਕੇਟ ਬਾਜ਼ਾਰੋਂ ਲੈਣ ਜਾਂਦੇ ਹੋ, ਤਾਂ ਤੁਸੀਂ ਦੇਖਦੇ ਹੋ ਉਹਨੂੰ ਕਦੇ ਪੈਕੇਟ ਨੂੰ ਪ੍ਰੈਸ ਕਰਕੇ ਦੇਖੋ ਤਾਂ ਤੁਸੀਂ ਦੇਖਦੇ ਹੋ ਉਹਦੇ 'ਚ ਕੋਈ ਨਾ ਕੋਈ ਗੈਸ ਭਰੀ ਹੁੰਦੀ ਹੈ। ਤਾਂ ਕਿਹੜੀ ਗੈਸ ਭਰੀ ਹੋਏਗੀ ਉਹਦੇ 'ਚ? ਜਿਹੜੀ ਕਿ ਸੰਪਰਕ ਤੋੜ ਦੇਵੇ ਆਕਸੀਜਨ ਨਾਲ। ਤਾਂ ਉਹਦੇ ਵਿੱਚ ਨਾਈਟ੍ਰੋਜਨ ਗੈਸ ਭਰੀ ਹੁੰਦੀ ਹੈ। ਤੇ ਕਈ ਵਾਰ ਤੁਸੀਂ ਲੈਣ ਜਾਂਦੇ ਹੋ, ਉਹਨਾਂ ਫਲੱਫੀ ਨਹੀਂ ਹੁੰਦਾ ਦੇਖਣ ਨੂੰ, ਤੇ ਉਹ ਪੈਕੇਟ ਲੈ ਕੇ ਆਓ ਘਰੇ ਜਿਹਦੇ ਵਿੱਚ ਨਾਈਟ੍ਰੋਜਨ ਗੈਸ ਨਿਕਲ ਚੁੱਕੀ ਹੈ ਆਲਮੋਸਟ, ਤਾਂ ਹੀ ਉਹ ਦਬਾਨ 'ਚ ਦਬੀ ਰਿਹਾ ਨਾ। ਤਾਂ ਘਰਿਆ ਕਿਉਂ ਖਾਓਗੇ ਤਾਂ ਉਹਦਾ ਸਵਾਦ ਬਦਲਿਆ ਹੋਏਗਾ। ਕਿਉਂ? ਕਿਉਂਕਿ ਨਾਈਟ੍ਰੋਜਨ ਗੈਸ ਦੇ ਨਿਕਲਣ ਨਾਲ ਉਹ ਕੀ ਹੈ, ਉਸ ਚੀਜ਼ ਦਾ, ਉਸ ਚਿਪਸ ਦਾ, ਪੈਕੇਟ ਦਾ ਜਿਹੜਾ ਸੰਪਰਕ ਹੈ ਚਿਪਸ ਦਾ ਹਵਾ ਨਾਲ ਹੋ ਗਿਆ, ਆਕਸੀਜਨ ਨਾਲ ਹੋ ਗਿਆ, ਤੇ ਜਿੰਦੇ ਕਰਕੇ ਉਹਦੇ ਵਿੱਚੋਂ ਦੁਰਗੰਧ ਆਣੀ ਸ਼ੁਰੂ ਹੋ ਗਈ। ਹੁਣ ਇਸ ਤੋਂ ਬਾਅਦ ਜਦੋਂ ਵੀ ਲੈਣ ਜਾਓ ਕੋਈ ਵੀ ਪੈਕੇਟ, ਤਾਂ ਉਹਨੂੰ ਦੇਖੋ ਪ੍ਰੈਸ ਕਰਕੇ ਕਿ ਉਹਦੇ 'ਚ ਗੈਸ ਭਰੀ ਹੋਈ ਹੈ, ਤਾਂ ਉਹਨੂੰ ਲਿਓ, ਉਹ ਖਾਣ 'ਚ ਓਨਾ ਹੀ ਸਵਾਦ ਹੋਏਗਾ, ਕਿਉਂਕਿ ਉਹਦਾ ਆਕਸੀਜਨ ਨਾਲ ਸੰਪਰਕ ਨਹੀਂ ਹੋਇਆ ਤਾਂ ਉਹਦੇ 'ਚ ਦੁਰਗੰਧ ਨਹੀਂ ਆਏਗੀ। ਹੁਣ ਇਹ ਤਾਂ ਹੋ ਗਿਆ ਸਾਡਾ ਦੁਰਗੰਧਤਾ। ਨੈਕਸਟ ਟੌਪਿਕ ਹੈ ਸਾਡਾ ਖੋਰਨ। ਖੋਰਨ ਮਤਲਬ ਜਦੋਂ ਵੀ ਕੋਈ ਧਾਤਾਂ ਨੇ, ਹੁਣ ਅਸੀਂ ਧਾਤਾਂ ਦੀ ਗੱਲ ਕਰੀਏ, ਉਹ ਹਵਾ ਦੇ ਸੰਪਰਕ ਵਿੱਚ, ਹਵਾ ਵਿੱਚ ਪਾਣੀ ਵੀ ਹੋਣਾ ਚਾਹੀਦਾ, ਮਤਲਬ ਨਮੀ ਦੇ ਸੰਪਰਕ ਵਿੱਚ, ਤੇਜ਼ਾਬ ਦੇ ਸੰਪਰਕ ਵਿੱਚ ਆਉਂਦੀਆਂ ਨੇ ਤਾਂ ਉਹਨਾਂ ਦਾ ਖੋਰਨ ਹੋ ਜਾਂਦਾ ਹੈ। ਤੁਸੀਂ ਚਾਂਦੀ ਵੇਖੀ ਹੋਏਗੀ ਅਕਸਰ, ਪਾਇਲ ਤੁਹਾਡੀ ਮੰਮੀ ਨੇ ਪਾਈ ਹੋਵੇ, ਉਹਨੂੰ ਦੇਖੋ ਤਾਂ ਉਹ ਕੁਝ ਸਮੇਂ ਬਾਅਦ ਉਹ ਕੀ ਕਾਲੀ ਹੋ ਜਾਂਦੀ ਹੈ। ਤੁਸੀਂ ਦੇਖੋਗੇ ਤਾਂਬੇ ਦੇ ਉੱਤੇ ਹਰੇ ਰੰਗ ਦੀ ਪਰਤ ਚੜ ਜਾਂਦੀ ਹੈ। ਚਲੋ ਬਾਕੀ ਛੱਡੋ, ਲੋਹੇ ਨੂੰ ਤਾਂ ਆਪਾਂ ਦੇਖਦੇ ਹੀ ਆ ਕਿ ਲੋਹੇ ਦੇ ਉੱਤੇ ਕੀ ਹੈ, ਭੂਰੇ ਰੰਗ ਦੀ ਪਰਤ ਚੜੀ ਹੁੰਦੀ ਹੈ। ਇਹ ਸਭ ਕੀ ਹੈ? ਖੋਰਨ ਹੈ। ਧਾਤਾਂ ਵੈਸੇ ਚਮਕੀਲੀਆਂ ਹੁੰਦੀਆਂ ਨੇ, ਬਟ ਇਹਨਾਂ ਚੀਜ਼ਾਂ ਦੇ ਨਮੀ ਦੇ ਸੰਪਰਕ ਕਰਕੇ ਉਹਨਾਂ ਤੇ ਕੋਈ ਹੋਰ ਪਰਤ ਚੜ ਗਈ, ਮਤਲਬ ਉਹ ਕਿਰਿਆ ਕਰ ਗਈ। ਠੀਕ ਹੈ, ਤਾਂ ਕਿਰਿਆ ਕਰਨ ਨਾਲ ਕੀ ਹੋਇਆ? ਇਸ ਜਿਹੜੀ ਕਿਰਿਆ ਉਹਨਾਂ ਨੇ ਕੀਤੀ ਹੈ ਇਹਨੂੰ ਅਸੀਂ ਬੋਲਦੇ ਹਾਂ ਅਸੀਂ ਖੋਰਨ ਹੋ ਗਿਆ ਧਾਤਾਂ ਦਾ। ਤੇ ਲੋਹੇ ਦੇ ਕੇਸ ਦੇ ਵਿੱਚ ਅਸੀਂ ਬੋਲ ਦਿੰਦੇ ਹਾਂ ਲੋਹੇ ਨੂੰ ਜੰਗ ਲੱਗ ਗਿਆ। ਹੁਣ ਪੁੱਲ ਨੇ, ਰੇਲਵੇ ਨੇ, ਇਹ ਸਾਰੀਆਂ ਚੀਜ਼ਾਂ ਕਾਫੀ ਜਿਹੜੇ ਲੋਹੇ ਦੀਆਂ ਬਣੀਆਂ ਹੁੰਦੀਆਂ ਨੇ, ਬਟ ਜੰਗ ਲੱਗਣ ਕਰਕੇ, ਕਹਿ ਸਕਦੇ ਹਾਂ ਖੋਰਨ ਕਰਕੇ, ਕਾਫੀ ਨੁਕਸਾਨ ਹੋ ਜਾਂਦਾ ਹੈ ਇਹਨਾਂ ਚੀਜ਼ਾਂ ਦਾ। ਇਸ ਕਰਕੇ ਅਸੀਂ ਕੀ ਕਰ ਸਕਦੇ ਹਾਂ? ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਦੇ ਆਪਾਂ ਢੰਗ ਵਰਤ ਸਕਦੇ ਹਾਂ। ਗਰੀਸ ਲਗਾ ਕੇ ਅਸੀਂ ਉਹਦੇ ਤੇ ਪੇਂਟ ਕਰ ਦਈਏ, ਅਸੀਂ ਉਹਦੇ ਤੇ ਕਿਸੇ ਹੋਰ ਧਾਤ ਦੀ ਪਰਤ ਚੜਾ ਦਈਏ। ਤਾਂ ਇਹ ਸੀਗਾ ਸਾਡਾ ਪਹਿਲਾ ਪਾਠ, ਜਿਹਦੇ ਵਿੱਚ ਅਸੀਂ ਕਾਫੀ ਰਸਾਇਣਿਕ ਕਿਰਿਆਵਾਂ ਬਾਰੇ ਪਹਿਲੇ ਪੜ੍ਹਿਆ, ਫਿਰ ਅਸੀਂ ਉਹਦੇ ਵਿੱਚ ਲਘੂਕਰਨ, ਆਕਸੀਕਰਨ ਬਾਰੇ ਪੜ੍ਹਿਆ, ਫਿਰ ਅਸੀਂ ਇਹਦੇ ਵਿੱਚ ਦੁਰਗੰਧਤਾ ਬਾਰੇ ਤੇ ਖੋਰਨ ਬਾਰੇ ਪੜ੍ਹਿਆ। ਤਾਂ ਧੰਨਵਾਦ।